आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ का सफ़र तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰਤਾ ਸੈਨਾਨੀ ਪਾ ਤੋਗਨ ਨੇਂਗ ਮਿੰਜ਼ਾ ਸੰਗਮਾ, ਬਾਬਾ ਰਾਘਵ ਦਾਸ, ਕੋਂਡਾ ਵੈਂਕਟ ਰੰਗਾ ਰੈड्डी ਤੋਂ ਇਲਾਵਾ ਬਾਬੂ ਗੇਨੂ सैद बारे जानकारी दे रहे हैं। पेश है एक रिपोर्ट। ਅੱਜ ਦੀ ਘੜੀ ਵਿੱਚ ਅਸੀਂ ਸੁਤੰਤਰਤਾ ਸੈਨਾਨੀ ਪਾ ਤੋਗਨ ਨੇਂਗ ਮਿੰਜ਼ਾ ਸੰਗਮਾ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ। ਉਹ 12 ਦਸੰਬਰ 1872 ਨੂੰ ਸ਼ਹੀਦ ਹੋਏ ਸਨ। ਗਾਰੋ ਕਬੀਲੇ ਦੇ ਨੇਤਾ ਤੋਗਨ ਦਾ ਨਾਂ ਮੇਘਾਲਿਆ ਵਿੱਚ ਸ਼ਹੀਦੀ ਯਾਦਗਾਰ ਵਿੱਚ ਅਮਰ ਹੈ। 1862 ਵਿੱਚ ਅੰਗਰੇਜ਼ ਮੇਘਾਲਿਆ ਦੀਆਂ ਗਾਰੋ ਪਹਾੜੀਆਂ ਵੱਲ ਵਧਣ ਲੱਗੇ ਤਾਂ ਉਹਨਾਂ ਨੂੰ ਸਥਾਨਕ ਕਬੀਲਿਆਂ ਦੇ ਵਿਰੋਧ ਦਾ ਟਾਕਰਾ ਕਰਨਾ ਪਿਆ। ਗਾਰੋ ਯੋਧਾ ਪਾ ਤੋਗਨ ਨੇਂਗ ਮਿੰਜ਼ਾ ਨੇ ਅੰਗਰੇਜ਼ ਫੌਜ ਦੀ ਛਤਰ ਛਾਇਆ ਹੇਠ ਆਉਣ ਤੋਂ ਮਨਾ ਕਰ ਦਿੱਤਾ, ਜੋ ਉਹਨਾਂ ਦੀ ਮਾਤ ਭੂਮੀ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਦਸੰਬਰ 1872 ਵਿੱਚ ਅੰਗਰੇਜ਼ ਫੌਜੀਆਂ ਨੇ ਗਾਰੋ ਦੀਆਂ ਪਹਾੜੀਆਂ ਵਿੱਚ ਮਾਚਾ ਰੋਂਗ ਕਰੈਕ ਪਿੰਡ ਵਿੱਚ ਕੈਂਪ ਸਥਾਪਿਤ ਕੀਤਾ। ਪਾ ਤੋਗਨ ਅਤੇ ਉਹਨਾਂ ਦੇ ਗਾਰੋ ਯੋਧਿਆਂ ਨੇ ਅੰਗਰੇਜ਼ ਫੌਜੀਆਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਹੈਰਾਨ ਪਰੇਸ਼ਾਨ ਅੰਗਰੇਜ਼ ਫੌਜ ਕੁਝ ਸਮੇਂ ਬਾਅਦ ਇਕਜੁੱਟ ਹੋਈ ਅਤੇ ਸਖਤ ਮੁਕਾਬਲਾ ਕੀਤਾ। ਗਾਰੋ ਯੋਧੇ ਆਖਰੀ ਸਾਹ ਤੱਕ ਲੜੇ, ਪਰ ਗਾਰੋ ਯੋਧਿਆਂ ਦੀਆਂ ਤਲਵਾਰਾਂ ਤੇ ਬਰਸ਼ਿਆਂ ਅਤੇ ਅੰਗਰੇਜ਼ੀ ਬੰਦੂਕਾਂ ਦੇ ਵਿਚਾਲੇ ਕੋਈ ਮੁਕਾਬਲਾ ਨਹੀਂ ਸੀ ਅਤੇ ਪਾ ਤੋਗਨ ਨੇਂਗ ਮਿੰਜ਼ਾ ਲੜਾਈ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ। ਮਹਾਨ ਗਾਰੋ ਯੋਧਾ ਅਤੇ ਨੇਤਾ ਨੂੰ 100 ਵਾਰ ਨਮਨ। बापू का सपना सुनहरा साकार कइल जाए हमन मिलके। ਅੱਜ ਅਸੀਂ ਸੁਤੰਤਰਤਾ ਸੈਨਾਨੀ, ਸਮਾਜ ਸੁਧਾਰਕ ਅਤੇ ਦਾਰਸ਼ਨਿਕ ਬਾਬਾ ਰਾਘਵ ਦਾਸ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਜਨਮ 12 ਦਸੰਬਰ 1896 ਨੂੰ ਹੋਇਆ ਸੀ। ਉੱਨੀ ਸੌ 21 ਵਿੱਚ ਮਹਾਤਮਾ ਗਾਂਧੀ ਗੋਰਖਪੁਰ ਆਏ ਤਾਂ ਬਾਬਾ ਰਾਘਵ ਦਾਸ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਸੁਤੰਤਰਤਾ ਲਈ ਉਹਨਾਂ ਦੇ ਕਾਰਜਾਂ ਅਤੇ ਗਰੀਬਾਂ ਦੇ ਵਾਂਝੇ ਵਰਗ ਦੇ ਲੋਕਾਂ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ। ਬਾਅਦ ਵਿੱਚ ਦਾਂਡੀ ਮਾਰਚ ਦੌਰਾਨ ਬਾਬਾ ਜੀ ਵੀ ਗਾਂਧੀ ਜੀ ਦੇ ਨਾਲ ਰਹੇ। ਸੁਤੰਤਰਤਾ ਅੰਦੋਲਨ ਦੇ ਦੌਰਾਨ ਬਾਬਾ ਰਾਘਵ ਦਾਸ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ। ਸਭ ਤੋਂ ਪਹਿਲਾਂ 1921 ਵਿੱਚ ਉਹਨਾਂ ਨੂੰ ਜੇਲ੍ਹ ਹੋਈ। 12 ਵਿੱਚ ਰਾਘਵ ਦਾਸ ਦਾ ਆਸ਼ਰਮ ਸੁਤੰਤਰਤਾ ਨਾਲ ਜੁੜੀਆਂ ਗਤੀਵਿਧੀਆਂ ਦਾ ਕੇਂਦਰ ਸੀ। ਉਹ ਰਾਮ ਪ੍ਰਸਾਦ ਬਿਸਮਿਲ ਦੇ ਨਜ਼ਦੀਕੀ ਮੰਨੇ ਜਾਂਦੇ ਸਨ। ਰਾਮ ਪ੍ਰਸਾਦ ਬਿਸਮਿਲ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਬਾਬਾ ਰਾਘਵ ਦਾਸ ਨੇ ਆਸ਼ਰਮ ਵਿੱਚ ਉਹਨਾਂ ਦੀ ਯਾਦਗਾਰ ਬਣਵਾਈ। ਸੁਤੰਤਰਤਾ ਤੋਂ ਬਾਅਦ ਬਾਬਾ ਰਾਘਵ ਦਾਸ ਨੇ ਵਿਨੋਬਾ ਭਾਵੇ ਦੇ ਭੂਦਾਨ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਈ। ਉਹਨਾਂ ਨੇ ਦੇਵਰੀਆ, ਬ੍ਰਹਮਹਜ ਅਤੇ ਕੁਸ਼ੀਨਗਰ ਵਿੱਚ ਕਈ ਸਿੱਖਿਆ ਸੰਸਥਾਵਾਂ ਸ਼ੁਰੂ ਕੀਤੀਆਂ। 15 ਜਨਵਰੀ 1958 ਨੂੰ ਮਹਾਨ ਸੰਤ ਅਤੇ ਦਾਰਸ਼ਨਿਕ ਬਾਬਾ ਰਾਘਵ ਦਾ ਦੇਹਾਂਤ ਹੋ ਗਿਆ। ਅੱਜ ਅਸੀਂ ਸੁਤੰਤਰਤਾ ਸੈਨਾਨੀ ਕੋਂਡਾ ਵੈਂਕਟ ਰੰਗਾ ਰੈड्डी ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਜਨਮ 12 ਦਸੰਬਰ 1890 ਨੂੰ ਹੋਇਆ ਸੀ। ਉਹ KV ਰੰਗਾ ਰੈड्डी ਦੇ ਨਾਂ ਨਾਲ ਲੋਕਪ੍ਰਿਯ ਸਨ। ਉਹਨਾਂ ਨੇ ਹੈਦਰਾਬਾਦ ਦੇ ਨਿਜ਼ਾਮ ਦੇ ਰਜ਼ਾਕਾਰਾਂ ਨਾਲ ਵੀ ਲੜਾਈ ਲੜੀ। ਹੈਦਰਾਬਾਦ ਦੇ ਭਾਰਤ ਵਿੱਚ ਰਿਲੇਵੇਂ ਤੋਂ ਬਾਅਦ ਰੈड्डी 1959 ਵਿੱਚ ਆਂਧਰ ਪ੍ਰਦੇਸ਼ ਦੇ ਮਾਲ ਮੰਤਰੀ ਅਤੇ 1961 ਵਿੱਚ ਉਪ ਮੁੱਖ ਮੰਤਰੀ ਬਣੇ। ਉਹਨਾਂ ਨੇ ਤੇਲੰਗਾਨਾ ਅੰਦੋਲਨ ਵਿੱਚ ਵੀ ਹਿੱਸਾ ਲਿਆ ਅਤੇ ਉਹਨਾਂ ਦੇ ਸਨਮਾਨ ਵਿੱਚ ਤੇਲੰਗਾਨਾ ਦੇ ਇੱਕ ਜ਼ਿਲ੍ਹੇ ਦਾ ਨਾਂ ਰੱਖਿਆ ਗਿਆ। ਅੱਜ ਅਸੀਂ ਸੁਤੰਤਰਤਾ ਸੈਨਾਨੀ ਬਾਬੂ ਗੇਨੂ ਸੈਦ ਨੂੰ ਵੀ ਯਾਦ ਕਰ ਰਹੇ ਹਾਂ। ਗੇਨੂ ਮੁੰਬਈ ਦੀ ਇੱਕ ਮਿੱਲ ਵਿੱਚ ਮਜ਼ਦੂਰ ਸਨ। ਉਹ ਮਹਾਤਮਾ ਗਾਂਧੀ ਦੇ ਸਵਦੇਸ਼ੀ ਅੰਦੋਲਨ ਦੀ ਭਾਵਨਾ ਤੋਂ ਬਹੁਤ ਪ੍ਰਭਾਵਿਤ ਹੋਏ। 12 ਦਸੰਬਰ 1930 ਨੂੰ ਮਾਨਚੈਸਟਰ ਦਾ ਕੱਪੜਾ ਵਪਾਰੀ ਜਾਰਜ ਫਰੈਜ਼ੀਅਰ ਫੋਰਟ ਰੀਜਨ ਵਿੱਚ ਆਪਣੀ ਦੁਕਾਨ ਤੋਂ ਵਿਦੇਸ਼ ਵਿੱਚ ਬਣੇ ਕੱਪੜੇ ਮੁੰਬਈ ਬੰਦਰਗਾਹ 'ਤੇ ਲਿਜਾ ਲਿਆ ਸੀ।
ਕਲਬਾ ਦੇਵੀ ਰੋਡ ਤੇ ਭਾਂਗਵਾੜੀ ਨੇੜੇ ਬਾਬੂ ਗੇਨੂ ਟਰੱਕ ਦੇ ਸਾਹਮਣੇ ਖੜੇ ਹੋ ਗਏ ਅਤੇ ਮਹਾਤਮਾ ਗਾਂਧੀ ਦੀ ਤਾਰੀਫ ਵਿੱਚ ਨਾਅਰੇ ਲਗਾਉਣ ਲੱਗੇ। ਪੁਲਿਸ ਅਧਿਕਾਰੀ ਨੇ ਟਰੱਕ ਡਰਾਈਵਰ ਨੂੰ ਹੁਕਮ ਦਿੱਤਾ ਕਿ ਟਰੱਕ ਬਾਬੂ ਗੇਨੂ ਉੱਪਰ ਚੜ੍ਹਾ ਦਿੱਤਾ ਜਾਵੇ, ਪਰ ਟਰੱਕ ਡਰਾਈਵਰ ਭਾਰਤੀ ਸੀ ਅਤੇ ਉਸ ਨੇ ਗੱਡੀ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ। ਉਸ ਦੇ ਬਾਅਦ ਅੰਗਰੇਜ਼ ਪੁਲਿਸ ਅਧਿਕਾਰੀ ਖੁਦ ਟਰੱਕ ਚਲਾਉਣ ਲੱਗਾ ਅਤੇ ਬਾਬੂ ਗੇਨੂ ਉੱਪਰ ਟਰੱਕ ਚੜ੍ਹਾ ਦਿੱਤਾ। ਟਰੱਕ ਹੇਠ ਕੁਚਲੇ ਜਾਣ ਨਾਲ ਬਾਬੂ ਗੇਨੂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪੂਰੀ ਮੁੰਬਈ ਵਿੱਚ ਲੋਕਾਂ ਦਾ ਗੁੱਸਾ ਫੁੱਟ ਪਿਆ। ਹੜਤਾਲ ਹੋਈ ਅਤੇ ਵਿਰੋਧ ਪ੍ਰਦਰਸ਼ਨ ਹੋਏ। ਸ਼ਹੀਦ ਬਾਬੂ ਗੇਨੂ ਨੂੰ 100 ਵਾਰ ਨਮਨ।